ਕਿਸਾਨੀ ਮੁੱਦਾ ਹੀ ਇਹੋ ਜਿਹਾ ਕਿ ਹਰੇਕ ਦੇ ਦਿਲ ਵਿੱਚ ਵਸਦਾ ਹੈ ਤੇ ਹਰ ਬੰਦਾ ਉਹਦੇ ਲਈ ਖੜਨਾ ਜ਼ਰੂਰ ਚਾਹੁੰਦਾ ਹੈ, ਫਾਰਮਰ ਦੇ ਲਈ। ਤੋ ਇਸ ਲਈ ਇਹਦੇ ਵਿੱਚ ਲੇਡੀਜ਼ ਵੱਧ ਚੜ ਕੇ ਬੋਲ ਰਹੀਆਂ ਨੇ, ਕਿਉਂਕਿ ਬੰਦੇ ਵੀ ਸਮਝ ਰਹੇ ਨੇ ਕਿ ਹਾਂ ਨੌਜਵਾਨਾਂ ਨੂੰ ਇਸ ਸੰਘਰਸ਼ ਦੇ ਨਾਲ, ਇਸ ਮੋਰਚੇ ਦੇ ਨਾਲ ਜਾਂ ਇਸ ਪ੍ਰੋਟੈਸਟ ਦੇ ਨਾਲ ਜੁੜਦੇ ਹੋਏ ਦੇਖਦੇ ਹੋ ਤਾਂ ਲੱਗਦਾ ਹੈ ਕਿ ਥੋੜਾ ਜਿਹਾ ਬਦਲਾਵ ਉਸ ਪੱਖ ਦੇ ਨਾਲ ਵੀ ਆਇਆ ਹੈ। ਨੌਜਵਾਨਾਂ ਨੂੰ ਦੇ ਉੱਤੇ ਤਾਂ ਮੈਨੂੰ ਸ਼ੁਰੂ ਤੋਂ ਹੀ ਮਾਣ ਸੀਗਾ। ਜਦੋਂ ਕਹਿੰਦੇ ਸੀ ਗਾਣਾ ਗਾਉਂਦੇ ਨੇ, ਗਾਣੇ ਲਾ ਲਾ ਕੇ ਫਿਰਦੇ ਨੇ, ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ, ਮੈਨੂੰ ਸੀ ਇਹਨਾਂ ਨੂੰ ਕੰਮ ਵੀ ਤਾਂ ਨਹੀਂ ਕੋਈ ਤੁਸੀਂ ਦਿੰਦੇ, ਓਪਰਚ्युनिटीज ਕਿੱਥੇ ਹੈ? ਆਫਟਰ ਕਾਲਜ ਵਾਟ ਡੂ ਦੇ ਡੂ? ਪਾਰਟੀ ਖੜੀ ਤਾਂ ਕਰਨ ਦੀ, ਕਿਉਂਕਿ ਮੇਰੀ ਉਹ ਕਾਬਲੀਅਤ ਹੀ ਨਹੀਂ ਹੈ ਕਿ ਮੈਂ ਪਾਰਟੀਆਂ ਖੜੀਆਂ ਕਰ ਲਾਂ। ਸਿਰਫ ਇਹ ਹੈ ਕਿ ਯੈਸ, ਯੂਥ ਜੇ ਇਕੱਠਾ ਹੋਏਗਾ ਤਾਂ ਉਹਨਾਂ ਨੂੰ ਮੈਂ ਸਪੋਰਟ ਜ਼ਰੂਰ ਕਰਾਂਗਾ। ਤੁਹਾਡੀ ਗੱਲ ਕਰਾਂ ਤੁਹਾਡੇ ਤੋਂ, ਕਦੇ ਪਬਲਿਕ ਡੋਮੇਨ ਦੇ ਵਿੱਚ ਜਦੋਂ ਤੁਸੀਂ ਪਬਲਿਕ ਦੇ ਵਿੱਚ ਆ ਕੇ ਸੋਸ਼ਲ ਵਰਕ ਕਰ ਰਹੇ ਹੋ ਜਾਂ ਐਕਟਿਵ ਹੋ, ਕਦੇ ਲੱਗਦਾ ਕਿ ਤੁਹਾਡੇ ਤੋਂ ਕਦੇ ਕੋਈ ਗਲਤੀ ਹੋਈ ਹੈ? ਮੈਂ ਕੋਈ ਐਂ ਗਲਤੀ ਨਹੀਂ ਕੀਤੀ। ਰੂਟ ਮੈਂ ਡੈਫੀਨਿਟਲੀ ਕਦੇ ਨਾ ਕਦੇ ਜਦ ਹੋ ਜਾਣੀ ਹੈ, ਮੈਂ ਵਾਪਸ ਭੱਜ ਕੇ ਜਾਣੀ ਤੇ ਕਹਿੰਦੀ ਓ ਬੇਟਾ ਆਈ ਐਮ ਸੌਰੀ, ਆਈ ਸ਼ੁਡਨਟ ਹੈਵ ਡਨ ਦਿਸ। ਮੈਨੂੰ ਆਈ ਨਹੀਂ ਕਿ ਬੀਜੇਪੀ ਸਾਰੀ ਹੋਈ ਗੰਦੀ ਹੈ, ਕਾਂਗਰਸ ਸਾਰੀ ਗੰਦੀ ਹੈ, ਅਕਾਲੀ ਦਲ ਸਾਰਾ ਗੰਦਾ ਹੈ। ਵਿੱਚ ਬੜੇ ਅੱਛੇ ਲੀਡਰਸ ਨੇ ਜਿਨ੍ਹਾਂ ਦੀ ਕੀ ਕਹਿੰਦੇ ਨੇ, ਜਿਨ੍ਹਾਂ ਦੀ ਸੋਚ ਦੀ ਮੌਤ ਹੀ ਹੋ ਜਾਂਦੀ ਹੈ, ਬਿਕੋਜ਼ ਸਾਰੇ ਕਹਿੰਦੇ ਐਂਦਾ ਨਹੀਂ ਹੋਣਾ, ਇੱਦਾਂ ਨਹੀਂ ਚੱਲਣਾ। ਜਿਹੜੇ ਆਪਣੇ ਪੋਲੀਟੀਸ਼ੀਅਨਸ ਨੇ ਆਪਾਂ ਚੁਣਦੇ ਆ, ਮੈਨੂੰ ਤਾਂ ਸਮਝ ਹੀ ਨਹੀਂ ਆਈ, ਜਾਂ ਕੋਈ ਡੇਰੇ ਦੇ ਬਾਬਾ ਜਾਂ ਕੋਈ ਵੀ ਹੈ, ਆਪਾਂ ਹੀ ਬਿਠਾਉਂਦੇ ਆ ਨਾ ਉਹਨਾਂ ਨੂੰ, ਫਿਰ ਖੜੇ ਹੋ ਜਾਂਦੇ, ਹੱਥ ਜੋੜ ਜੋੜ ਕੇ ਐਂ ਖੜ ਜਾਂਦੇ ਆ ਵੀ ਪਤਾ ਨਹੀਂ ਕੀ ਆ ਗਿਆ। ਹੁਣ ਆਪਣੇ ਪੰਜਾਬ ਵਿੱਚ ਆਈ ਹੈਵ ਆਲਵੇਜ਼ ਲਾਈਕਡ ਨਵਜੋਤ ਸਿੰਘ ਸਿੱਧੂ, ਆਈ ਹੈਵ ਆਲਵੇਜ਼ ਲਾਈਕਡ ਸੁਖਪਾਲ ਖਹਿਰਾ। ਮੈਨੂੰ ਸਾਰੇ ਕਹਿੰਦੇ ਕਿ ਸੀ ਇਹ ਪਾਰਟੀਆਂ ਛੱਡਦੇ ਨੇ, ਇਹ ਪਾਰਟੀਆਂ ਛੱਡਦੇ ਨੇ, ਕਦੇ ਬੀਜੇਪੀ 'ਚ ਜਾਂਦੇ ਨੇ, ਕਦੇ ਕਾਂਗਰਸ 'ਚ ਜਾਂਦੇ ਨੇ, ਥਾਲੀ ਦੇ ਬੈਂਗਣ ਨੇ, ਫਲਾਨਾ ਨੇ, ਧਮਕਾਨਾ ਨੇ। ਹੁਣ ਜੇ ਮੈਂ ਵੀ ਹੋਵਾਂ, ਆਈਲ ਗੋ ਟੂ ਅ ਪੋਲੀਟੀਕਲ ਪਾਰਟੀ, ਮੈਨੂੰ ਅੰਦਰ ਲੱਗੂਗਾ, ਅੰਦਰਲੇ ਖਾਤੇ ਕਿ ਇਹ ਬਹੁਤ ਹੇਰ ਫੇਰ ਕਰ ਰਹੇ ਨੇ ਬਿਕੋਜ਼ ਆਫ ਦ ਸਿਸਟਮ ਤੇ ਪਾਰਟੀ ਦੀ ਹਾਇਰਾਰਕੀ ਨੂੰ ਬਚਾਉਣ ਲਈ ਇਹ ਨਾ ਇਨਸਾਫੀਆਂ ਕਰ ਰਹੇ ਨੇ, ਮੈਂ ਪਾਰਟੀ ਛੱਡ ਦੂੰਗੀ। ਲੀਡਰ ਦੀ ਡੈਫੀਨੇਸ਼ਨ, ਜੇ ਮੈਂ ਲੀਡਰ ਦੀ ਪਰਿਭਾਸ਼ਾ ਦੀ ਗੱਲ ਕਰਾਂ ਤਾਂ ਲੀਡਰ ਨੂੰ ਕੀ ਸਮਝਦੇ ਹੋ ਕਿ ਲੀਡਰ ਦੇ ਵਿੱਚ, ਇੱਕ ਲੀਡਰ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ? ਲੀਡਰ ਮੈਂ ਉਹਨੂੰ ਮੰਨੂਗੀ ਜਿਹੜਾ ਜਾਊਗਾ, ਜਾ ਕੇ ਕਹੂਗਾ ਤੁਹਾਡਾ ਮੰਗ ਪੱਤਰ ਹੈ, ਅਸੀਂ ਇਸ ਬਾਰੇ ਸੋਚਾਂਗੇ, ਲੈ ਕੇ ਆਪਣੇ ਹੱਥਾਂ ਨਾਲ ਆਊਗਾ। ਮੇਰੇ ਲਈ ਉਹ ਲੀਡਰ, ਉਹਦੀ ਕੋਈ ਸਿਕਿਉਰਿਟੀ ਉਹਦੇ ਨਾਲ ਉਹਦਾ ਪੋਰਟਫੋਲੀਓ ਵਧਾਉਣ ਦਾ ਕੰਮ ਨਾ ਕਰਦੀ ਹੋਵੇ, ਮੇਰੇ ਲਈ ਲੀਡਰ ਹੋਊਗਾ। ਕਈ ਆਪਣੇ ਲੀਡਰਸ ਨੇ ਮੈਨੂੰ ਹੁੰਦਾ ਇਹ ਬੋਲ ਕਿਉਂ ਨਹੀਂ ਰਹੇ, ਇਹਨਾਂ ਕੋਲ ਜ਼ੁਬਾਨ ਹੈ, ਇਹਨਾਂ ਕੋਲ ਮਾਈਂਡ ਵੀ ਹੈ, ਬੋਲ ਕਿਉਂ ਨਹੀਂ ਰਹੇ? ਫਿਰ ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੇ ਕੋਈ ਗਲਤੀ ਕੀਤੀ ਹੋ, ਇਹਨਾਂ ਦੀ ਪੂੰਛ ਸੈਂਟਰ ਦੀ ਸਰਕਾਰ ਦੇ ਥੱਲੇ ਦੱਬੀ ਹੋਈ ਹੈ ਨਾ, that is why they are not speaking। ਨਜ਼ਰ ਤਾਂ ਹਰ ਇੱਕ ਕੋਲ ਹੁੰਦੀ ਹੈ, ਪਰ ਫਰਕ ਨਜ਼ਰੀਏ ਦਾ ਹੁੰਦਾ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸ਼ੈਸ਼ਵ ਨਾਗਰਾ ਸਵਾਗਤ ਕਰਦਾ। ਦੋਸਤੋ, 7 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਕਦੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਅੰਦੋਲਨ ਇੰਨਾ ਲੰਮਾ ਜਾਊਗਾ ਤੇ ਇੰਨਾ ਮਜ਼ਬੂਤ ਹੋਵੇਗਾ। ਤੇ ਇਸ ਅੰਦੋਲਨ ਦੀ ਜੇ ਮੈਂ ਗੱਲ ਕਰਾਂ ਤਾਂ ਇਸ ਅੰਦੋਲਨ ਦੇ ਵਿੱਚ ਮਹਿਲਾਵਾਂ ਦਾ, ਸਾਡੀਆਂ ਮਾਤਾਵਾਂ ਦਾ, ਬੀਬੀਆਂ ਦਾ ਇੱਕ ਅਹਿਮ ਰੋਲ ਰਿਹਾ ਹੈ। ਹਾਲਾਂਕਿ ਮਾਣਯੋਗ ਸੁਪਰੀਮ ਕੋਰਟ ਇਸ ਗੱਲ ਤੇ ਚਿੰਤਾ ਵੀ ਜਤਾਉਂਦੇ ਨੇ ਕਿ ਮਹਿਲਾਵਾਂ ਨੂੰ ਇਸ ਅੰਦੋਲਨ ਤੋਂ ਦੂਰ ਰਹਿਣਾ ਚਾਹੀਦਾ ਹੈ, ਪਰ ਇਸ ਦੇ ਬਾਵਜੂਦ ਵੀ ਲਗਾਤਾਰ ਮਹਿਲਾਵਾਂ ਦੀ ਸ਼ਮੂਲੀਅਤ ਇਸ ਅੰਦੋਲਨ ਦੇ ਵਿੱਚ ਵੱਧਦੀ ਜਾ ਰਹੀ ਹੈ। ਤੇ ਮੇਰੇ ਨਾਲ ਇਸ ਵਕਤ ਉਹ ਖੁੰਡੇ ਵਾਲੀ ਬੀਬੀ ਮੌਜੂਦ ਨੇ ਜੋ ਲਗਾਤਾਰ ਪਿਛਲੇ 7 ਮਹੀਨਿਆਂ ਤੋਂ ਹੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਨੇ। ਸਭ ਤੋਂ ਪਹਿਲਾਂ ਸਪੋਕਸਮੈਨ ਤੇ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਕਿ ਇਸ ਅੰਦੋਲਨ ਦੀ ਜੇ ਗੱਲ ਕਰੀਏ, ਲੱਗਦਾ ਹੈ, ਸਮਝਦੇ ਹੋ ਕਿ ਇਸ ਅੰਦੋਲਨ ਨੇ ਜਿਹੜਾ ਮਹਿਲਾਵਾਂ ਨੂੰ ਲੈ ਕੇ ਉਹ ਹੋਰ ਜਾਗਰੂਕਤਾ ਪੈਦਾ ਕੀਤੀ ਹੈ, ਉਹਨਾਂ ਦੀ ਸੋਚ ਨੂੰ, ਜਾਂ ਕਹਿ ਲਓ ਜਿਹੜਾ ਮਰਦ ਪ੍ਰਧਾਨ ਸਾਡਾ ਸਮਾਜ ਹੈ ਉਹ ਸੋਚ ਨੂੰ ਬਦਲਿਆ ਹੈ? ਸੋਚ ਨੂੰ ਤਾਂ ਨਹੀਂ ਬਦਲਿਆ ਮੈਂ ਕਹੂੰਗੀ, ਬਟ ਇੱਕ ਫਰੀडम ਆਫ ਸਪੀਚ ਹੋ ਗਈ ਹੈ, ਬਿਕੋਜ਼ ਇੱਕ ਕੀ ਕਹਿੰਦੇ ਆ ਉਹਨੂੰ, ਇੱਕ ਸੇਮ ਟੌਪਿਕ ਹੋ ਗਿਆ ਆ ਘਰਾਂ ਵਿੱਚ ਡਿਸਕਸ਼ਨਸ ਦਾ। ਤੇ ਕਿਸਾਨੀ ਦੇ ਮੁੱਦੇ ਤੇ ਬੇਸਿਕਲੀ ਸਾਰੀਆਂ ਫੈਮਿਲੀਜ਼ ਦਾ ਸੇਮ ਹੀ ਕੀ ਕਹਿੰਦੇ ਪੁਆਇੰਟ ਆਫ ਵਿਊ ਹੁੰਦਾ ਹੈ। ਸੋ ਇਟ ਹੈਜ਼ ਬਿਕਮ ਮੋਰ ਆਫ ਕੀ ਕਹਿੰਦੇ ਨੇ ਕਿ ਫੈਮਿਲੀਜ਼ ਇਕੱਠੀਆਂ ਬਹਿ ਕੇ ਸੇਮ ਮੁੱਦੇ ਤੇ ਗੱਲ ਕਰਦੀਆਂ। ਇਹਦੇ 'ਚ ਕੋਈ ਆਦਮੀ ਤੇ ਔਰਤ ਦਾ ਕੋਈ
ਦਬਾਅ ਕੋਈ ਘਟਾਓ ਵਾਲੀ ਤਾਂ ਕੋਈ ਗੱਲ ਹੈ ਨਹੀਂ। ਇਟ ਇਜ਼ ਦ ਟੌਪਿਕ ਇਜ਼ ਸੱਚ। ਕਿਸਾਨੀ ਮੁੱਦਾ ਹੀ ਇਹੋ ਜਿਹਾ ਕਿ ਹਰੇਕ ਦੇ ਦਿਲ ਵਿੱਚ ਵੱਸਦਾ ਹੈ ਤੇ ਹਰ ਬੰਦਾ ਉਹਦੇ ਲਈ ਖੜਨਾ ਜ਼ਰੂਰ ਚਾਹੁੰਦਾ ਹੈ, ਫਾਰਮਰਸ ਦੇ ਲਈ। ਤੋ ਇਸ ਲਈ ਇਹਦੇ ਵਿੱਚ ਲੇਡੀਜ਼ ਵੱਧ ਚੜ ਕੇ ਬੋਲ ਰਹੀਆਂ ਨੇ, ਕਿਉਂਕਿ ਬੰਦੇ ਵੀ ਸਮਝ ਰਹੇ ਨੇ ਕਿ ਹਾਂ, ਜਿਵੇਂ ਬੀਜ ਨੂੰ ਪਾਲ ਕੇ ਉਹ ਮਾਂ ਦਾ ਉਹ ਸਮਝ ਸਕਦੇ ਨੇ, ਜਿਵੇਂ ਸਾਡੇ ਮਰਦ ਨੇ ਉਹ ਬੀਜ ਚੋਂ ਫਸਲ ਕੱਢ ਲੈਂਦੇ ਨੇ, ਉਵੇਂ ਉਹ ਲੇਡੀਜ਼ ਰਿਲੇਟ ਕਰ ਪਾਉਂਦੀਆਂ ਨੇ ਕਿਉਂਕਿ ਉਹ ਬੱਚੇ ਪਾਲਦੀਆਂ ਨੇ। ਤਾਂ ਕਾਮਨ ਹੈਗਾ। ਤਾਂ ਫਿਰ ਉਹਦੇ ਵਿੱਚ ਕੋਈ ਉਹ ਐ ਨਹੀਂ ਹੈ ਕਿ ਮਰਦ ਪ੍ਰਧਾਨ ਜਾਂ ਔਰਤ ਪ੍ਰਧਾਨ ਵਾਲਾ ਕੋਈ ਹੈ ਨਹੀਂ। ਫਾਰਮਿੰਗ ਦੇ ਵਿੱਚ ਕੋਈ ਇਹਦੇ 'ਚ ਕੋਈ ਪ੍ਰਧਾਨੀ ਦਾ ਹੈ ਹੀ ਨਹੀਂ। ਫਿਰ ਟਰੈਕਟਰ ਤੇ ਚੜ ਕੇ ਆਪ ਖੇਤੀ ਕਰਦੇ ਹੋ? ਜੀ ਮੈਂ ਖੇਤੀ ਤਾਂ ਨਹੀਂ ਕਰਦੀ। ਮੇਰੇ ਫਾਦਰ ਸਾਹਿਬ ਹੋਣਾ ਦੀ ਆਪਣੀ ਜ਼ਮੀਨ ਹੈਗੀ ਹੈ ਉੱਧਰ, ਤੇ ਅਸੀਂ ਸ਼ੁਰੂ ਤੋਂ ਹੋਸਟਲਸ ਵਿੱਚ ਰਹੇ ਤੇ ਹੁਣ ਕੀ ਕਹਿੰਦੇ ਨੇ, ਹੁਣ ਦੇਖੀਦਾ। ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਕਿੰਨਾ ਪੜ੍ਹੇ ਹੋ? ਤੁਸੀਂ ਦੱਸਿਆ ਕਿ ਹੋਸਟਲ ਦੇ ਵਿੱਚ ਰਹੇ ਹੋ, ਤੇ ਕਿਸ ਤਰ੍ਹਾਂ ਇੱਧਰ ਤੁਹਾਨੂੰ ਵੀ ਲੱਗਿਆ ਕਿ ਤੁਹਾਨੂੰ ਵੀ ਸੜਕਾਂ ਤੇ ਆ ਕੇ ਇਸ ਦਾ, ਤੁਸੀਂ ਜਿੱਦਾਂ ਇਸ ਮਟਕਾ ਚੌਂਕ ਤੇ ਰੋਜ਼ ਅਸੀਂ ਤੁਹਾਨੂੰ ਦੇਖਦੇ ਹਾਂ, ਕਿਉਂ ਲੱਗਿਆ ਕਿ ਜਾਣਾ ਚਾਹੀਦਾ? ਬਾਕੀ ਹੋਰ ਲੇਡੀਜ਼ ਵੀ ਨੇ, ਤੁਹਾਨੂੰ ਇਹ ਪਹਿਲ ਕਿਉਂ ਕੀਤੀ? ਕਿਉਂਕਿ ਜੀ ਜਿਵੇਂ ਤੁਸੀਂ ਰਿਪੋਰਟਰ ਹੋ ਨਾ, ਮੈਂ ਵੀ ਮਾਸ ਕਮਿਊਨੀਕੇਸ਼ਨ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ, ਤਾਂ ਕਿਸਾਨੀ ਇੱਕ ਮੁੱਦਾ ਮੇਰੇ ਬੜਾ ਦਿਲ ਦੇ ਕਰੀਬ ਰਿਹਾ, ਬੜਾ ਅਜ਼ੀਜ਼ ਰਿਹਾ। ਤੇ ਫਿਰ ਰਿਪੋਰਟਿੰਗ ਦੇ ਮਾਮਲੇ ਦੇ ਵਿੱਚ ਇਦੋਂ ਸੋਹਣੀ ਚੀਜ਼ ਮੈਨੂੰ ਕੋਈ ਮਿਲ ਨਹੀਂ ਸੀ ਸਕਦੀ। ਫਾਰਮਲ ਰਿਪੋਰਟਿੰਗ ਇਸ ਲਈ ਨਹੀਂ ਕੀਤੀ ਕਿਉਂਕਿ ਆਪਣੇ ਜ਼ਮੀਨ ਵੱਲ ਥੋੜਾ ਧਿਆਨ ਜ਼ਿਆਦਾ ਦੇਣਾ ਸੀ। ਫਿਰ ਤੁਹਾਡੇ ਵਾਂਗ ਇੰਨੀ ਮਿਹਨਤ ਕਰਕੇ ਰਿਪੋਰਟ ਕਰਨਾ ਵੀ ਥੋੜਾ ਔਖਾ ਜਾਣਾ ਸੀ। ਡੈਫੀਨਿਟਲੀ ਆਫਟਰ ਅ ਵਾਈਲ ਮੈਂ ਜ਼ਰੂਰ ਕਰੂੰਗੀ, ਮੈਂ ਵੈਂਚਰ ਆਊਟ ਕਰੂੰਗੀ ਇਸ ਵਿੱਚ, ਰਿਪੋਰਟਿੰਗ ਵਿੱਚ। ਇਸ ਖੇਤਰ ਦੇ ਵਿੱਚ ਆ ਕੇ ਵੀ ਸਮਾਜ ਲਈ ਕੁਝ ਬਿਹਤਰੀਨ ਕਰਨ ਦੀ ਕੋਸ਼ਿਸ਼ ਕਰੋ। I'm thinking of making a platform ladies ਲਈ, ਲਾਈਕ ਜਿਵੇਂ ਲੇਡੀਜ਼ ਦੇ ਲਈ ਇੱਕ ਪਲੇਟਫਾਰਮ ਜਿੱਥੇ ਉਹ ਬੇਬਾਕ ਹੋ ਕੇ ਆ ਕੇ ਆਪਣੀਆਂ ਪ੍ਰੋਬਲਮਸ ਦੱਸਣ ਤੇ ਉਹਨਾਂ ਨੂੰ ਪੂਰੀ ਲੀਗਲ, ਪੁਲਿਸ ਸਾਰੀ ਸਪੋਰਟ ਮਿਲੇ ਤੇ ਉਹ ਆਪਣਾ ਜਿਹੜਾ ਆਪਣੇ ਸਿਸਟਮ ਵਿੱਚ ਹੈਗਾ ਨਾ ਡੋਮੈਸਟਿਕ ਅਬਿਊਜ਼, ਉਹਦੇ ਚੋਂ ਨਿਕਲ ਕੇ ਵਧੀਆ ਅੱਗੇ ਵਧਣ। ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਜਿਹੜਾ ਤੁਹਾਡਾ ਵਿਹਲਾ ਸਮਾਂ ਹੁੰਦਾ ਉਹ ਕਿਸ ਤਰ੍ਹਾਂ ਬਿਤਾਉਂਦੇ ਹੋ? ਇਸ ਅੰਦੋਲਨ ਤੋਂ ਪਹਿਲਾਂ ਦੀ ਗੱਲ ਕਰਾਂ, ਚਲੋ ਹੁਣ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਆ ਜਾਂਦੇ ਹੋ, ਪਰ ਇਸ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਨੇ? ਜੀ ਮੇਰਾ ਸਾਰਾ ਟਾਈਮ ਆਪਣੀ ਫਿਟਨੈਸ ਵੱਲ ਰਹਿੰਦਾ ਸੀਗਾ। ਉਹ ਤਾਂ ਆਈ ਗੋਟ ਸਿਕ ਸੋ ਆਈ ਪੁੱਟ ਔਨ ਅ ਲੋਟ ਆਫ ਵੇਟ। ਮੈਂ ਥੋੜੀ ਬਿਮਾਰ ਹੋ ਗਈ ਸੀ, ਉਹਦੇ ਕਰਕੇ ਜ਼ਿਆਦਾ ਵੇਟ ਹੋ ਗਿਆ। ਨਹੀਂ ਤਾਂ ਮੇਰਾ ਸਾਰਾ ਸਮਾਂ ਬੱਚਿਆਂ ਦੇ ਨਾਲ ਹਾਰਸ ਰਾਈਡਿੰਗ, ਬੱਚਿਆਂ ਦੇ ਨਾਲ ਸਵਿਮਿੰਗ, ਬੱਚਿਆਂ ਦੇ ਨਾਲ ਬੈਡਮਿੰਟਨ, ਕ੍ਰਿਕਟ, ਬੱਚਿਆਂ ਦੇ ਨਾਲ ਜ਼ਿਆਦਾ ਰਹਿਣਾ ਮੈਂ ਪਸੰਦ ਕਰਦੀ। ਘੋੜਸਵਾਰੀ ਦਾ ਵੀ ਸ਼ੌਂਕ ਰੱਖਦੇ ਹੋ? ਹਾਂਜੀ ਹਾਂਜੀ, ਬਹੁਤ। ਇਸ ਤੋਂ ਇਲਾਵਾ ਕੋਈ ਗਾਣ ਵਜਾਉਣ ਦਾ ਵੀ ਸ਼ੌਂਕ ਹੈ ਜਾਂ ਨਹੀਂ? ਹਾਂਜੀ ਲੋ, ਉਹ ਤਾਂ ਮਿਊਜ਼ਿਕ ਤਾਂ ਪੁੱਛੋ ਨਾ, ਸੂਫੀ ਮਿਊਜ਼ਿਕ ਤਾਂ ਇਜ਼ ਵੈਰੀ ਕਲੋਜ਼ ਟੂ ਮਾਈ ਹਾਰਟ। ਹਾਂਜੀ। ਗਾ ਵੀ ਲੈਂਦੇ ਹੋ? ਗਾ ਵੀ ਲਈਦਾ। ਤੁਸੀਂ ਦੱਸੋ which song should I sing? ਜਿਹੜਾ ਤੁਹਾਨੂੰ ਚੰਗਾ ਲੱਗੇ। मेरा फेवरेट है, ए मेरे वतन के लोगों जरा आँख में भर लो पानी, जो शहीद हुए हैं उनकी जरा याद करो कुर्बानी, ए मेरे वतन के लोगों। जय जवान जय किसान। ਜਦੋਂ ਨੌਜਵਾਨਾਂ ਨੂੰ ਇਸ ਸੰਘਰਸ਼ ਦੇ ਨਾਲ, ਇਸ ਮੋਰਚੇ ਦੇ ਨਾਲ ਜਾਂ ਇਸ ਪ੍ਰੋਟੈਸਟ ਦੇ ਨਾਲ ਜੁੜਦੇ ਹੋਏ ਦੇਖਦੇ ਹੋ ਤਾਂ ਲੱਗਦਾ ਹੈ ਕਿ ਥੋੜਾ ਜਿਹਾ ਬਦਲਾਵ ਉਸ ਪੱਖ ਦੇ ਨਾਲ ਵੀ ਆਇਆ ਹੈ? ਨੌਜਵਾਨਾਂ ਨੂੰ ਦੇ ਉੱਤੇ ਤਾਂ ਮੈਨੂੰ ਸ਼ੁਰੂ ਤੋਂ ਹੀ ਮਾਣ ਸੀਗਾ। ਜਦੋਂ ਕਹਿੰਦੇ ਸੀ ਗਾਣਾ ਗਾਉਂਦੇ ਨੇ, ਗਾਣੇ ਲਾ ਲਾ ਕੇ ਫਿਰਦੇ ਨੇ, ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ, ਮੈਨੂੰ ਸੀ ਇਹਨਾਂ ਨੂੰ ਕੰਮ ਵੀ ਤਾਂ ਨਹੀਂ ਕੋਈ ਤੁਸੀਂ ਦਿੰਦੇ, ਓਪਰਚੁਨਿਟੀਜ਼ ਕਿੱਥੇ ਹੈ? ਆਫਟਰ ਕਾਲਜ ਵਾਟ ਡੂ ਦੇ ਡੂ, ਵੇਅਰ ਆਰ ਦ ਓਪਰਚੁਨਿਟੀਜ਼? ਤੇ ਹੁਣ ਜਦੋਂ ਦੇਖਿਆ ਕਿ ਉਹਨਾਂ ਨੂੰ ਮਿਲਿਆ ਇੱਕ ਮੁੱਦਾ ਜਿਹਦੇ ਪਿੱਛੇ ਲਈ ਉਹ ਸਟੈਂਡ ਕਰ ਸਕਦੇ ਸੀ, ਦੇਖੋ ਕਿਵੇਂ ਵੱਧ ਚੜ ਕੇ ਫੁੱਲਾਂ ਵਾਂਗ ਖਿੜੇ ਹੋਏ ਨੇ। ਕੀ ਰਾਜਨੀਤੀ ਵੀ ਪਸੰਦ ਹੈ? ਰਾਜਨੀਤੀ ਤਾਂ ਆਪਣੇ ਸਾਰਿਆਂ ਦੇ ਨਾਲ ਹੈ ਜੀ, ਸਾਰਿਆਂ ਦੇ ਨਾਲ ਹੈ। ਆਪਾਂ ਰੋਟੀ ਵੀ ਮੂੰਹ 'ਚ ਪਾਉਂਦੇ, ਉਹਦੇ 'ਚ ਵੀ ਕਿੱਡੀ ਵੱਡੀ ਰਾਜਨੀਤੀ ਹੈ। ਕਿਤਨੇ का प्राइस होगा, कितने का चलेगा, कितने का नहीं। ऑफ कोर्स आई एम इंटरेस्टेड इन राजनीति। ਕਦੇ ਮੇਨ ਸਟ੍ਰੀਮ ਪੋਲਿਟਿਕਸ 'ਚ ਵੀ ਦੇਖ ਸਕਦੇ ਹੋ? ਮੈਨੂੰ ਜੀ ਨਾ ਜੀ ਨਾ, ਮੈਂ ਤਾਂ ਹੁਣ ਆਪਣਾ ਯੂਥ ਹੀ ਕੱਢੂੰਗੀ। Yeah, I'm interested in politics so that, you know, best of
ਪੋਲੀਟੀਸ਼ੀਅਨਸ ਨਾ ਆਉਣ, ਬੈਸਟ ਆਫ ਲੀਡਰਸ ਆਉਣ। ਇੱਕ ਪੋਲੀਟੀਸ਼ੀਅਨ ਇੱਕ ਵੱਖਰੀ ਚੀਜ਼ ਹੈ, ਲੀਡਰ ਵੱਖਰਾ ਚੀਜ਼ ਹੈ। ਲੀਡਰ ਜਿਵੇਂ ਆਪਣੇ ਪਹਿਲਾਂ ਹੁੰਦੇ ਸੀਗੇ। ਪਾਰਟੀ ਖੜੀ ਕਰ ਸਕਦੇ ਹੋ? ਮੈਂ ਜੀ ਪਾਰਟੀ ਖੜੀ ਤਾਂ ਕਰਨ ਦੀ, ਕਿਉਂਕਿ ਮੇਰੀ ਉਹ ਕਾਬਲੀਅਤ ਹੀ ਨਹੀਂ ਹੈ ਕਿ ਮੈਂ ਪਾਰਟੀਆਂ ਖੜੀਆਂ ਕਰ ਲਾਂ। ਸਿਰਫ ਇਹ ਹੈ ਕਿ ਯੈਸ, ਯੂਥ ਜੇ ਇਕੱਠਾ ਹੋਏਗਾ ਤਾਂ ਉਹਨਾਂ ਨੂੰ ਮੈਂ ਸਪੋਰਟ ਜ਼ਰੂਰ ਕਰੂੰਗੀ। ਮਤਲਬ ਚਾਹੁੰਦੇ ਹੋ ਕਿ ਉਸ ਪਹਿਲੂ ਦੇ ਨਾਲ, ਉਸ ਤਰੀਕੇ ਦੇ ਨਾਲ ਵੀ ਬਦਲਾਅ ਲਿਆਉਣ ਦੀ ਲੋੜ ਹੈ ਤੇ ਉਹ ਕੋਸ਼ਿਸ਼ ਕਰੋਗੇ? ਹਾਂਜੀ ਜ਼ਰੂਰ, ਬਹੁਤ ਲੋੜ ਹੈ। ਅ ਲੋਟ ਆਫ ਯੂਥ ਹੈਜ਼ ਟੂ ਬੀ ਇਨ ਦ ਲੀਡਰਸ਼ਿਪ। ਯੂਥ ਦੀ ਬਹੁਤ ਲੋੜ ਹੈ ਲੀਡਰਸ਼ਿਪ ਵਿੱਚ। ਯੂਥ ਲੀਡਰਸ਼ਿਪ ਵਿੱਚ ਆਏਗਾ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਫੋਰ ਐਗਜ਼ਾਮਪਲ ਹੁਣ ਮੇਰੇ ਕੋਲ ਜਿੰਨਾ ਮਰਜ਼ੀ ਵੀ ਐਕਸਪੀਰੀਅੰਸ ਹੈ ਲਾਈਫ ਦਾ, ਪੜ੍ਹਾਈ ਦਾ, ਅ ਲੋਟ ਆਫ ਅਦਰ ਥਿੰਗਸ ਵਿਦ ਏਜ, ਹੈ ਨਾ, ਬਟ ਜਿਹੜੀ ਕੀ ਕਹਿੰਦੇ ਆ, ਜਿਹੜੀ ਉਹਦੇ ਵਿੱਚ ਜਿਹੜੇ ਇੰਟਰਸਟ ਨਾਲ ਤੇ ਜਿਹੜੇ ਜੋਸ਼ ਨਾਲ ਮੇਰਾ ਬੇਟਾ ਇੱਕ ਕੰਮ ਕੰਪਲੀਟ ਕਰਦਾ ਹੈ, ਉਹਦੇ 'ਚ ਮੈਨੂੰ ਹੁੰਦਾ ਚਲੋ ਅੱਜ ਨਹੀਂ ਥੋੜ੍ਹੀ ਦੇਰ 'ਚ ਕਰ ਜਾਓ। ਤੇ એનર્ਜੀ ਜਿਹੜੀ ਯੂਥ 'ਚ એનર્ਜੀ ਹੈ, ਇੱਕ ਤਾਂ ਜ਼ਿੰਦਗੀ ਚੱਲ ਕੇ ਨਾ ਬੰਦਾ ਜਿਹੜੇ ਆਪਣੇ ਤੱਤ ਹੁੰਦੇ ਆ ਲਾਈਫ ਦੇ, ਉਹਨਾਂ ਨੂੰ ਕਹਿੰਦਾ ਚਲੋ ਕੋਈ ਨਹੀਂ, ਪਹਿਲਾਂ ਵੀ ਹੋਇਆ ਸੀ ਤੇ ਹੁਣ ਕਿਹੜਾ ਸੁਧਰ ਜਾਣਾ। ਯੂਥ ਨੂੰ ਹੁੰਦਾ ਸੁਧਰੇਗਾ, ਕਿਉਂ ਨਹੀਂ ਸੁਧਰੇਗਾ। ਫਿਰ ਉਸ એનર્ਜੀ, ਪੋਜ਼ਿਟਿਵ એનર્ਜੀ ਦੇ ਨਾਲ ਯੂਥ ਅੱਗੇ ਵੱਧਦਾ ਹੈ। That is the beauty of things, and that is why I want a lot of leaders should come from the young people. ਜਦੋਂ ਪੜ੍ਹਦੇ ਹੁੰਦੇ ਸੀਗੇ, ਯੂਨੀਵਰਸਿਟੀ 'ਚ ਪੜ੍ਹਦੇ ਸੀ, ਉਦੋਂ ਵੀ ਸਟੂਡੈਂਟ ਪੋਲਿਟਿਕਸ ਦੇ ਨਾਲ ਨਾਤਾ ਰਿਹਾ? ਇੰਟਰਸਟਿਡ ਸੀਗੀ, ਲਾਈਕ ਐਜ਼ ਇਨ ਬੜਾ ਮਜ਼ਾ ਆਉਂਦਾ ਸੀ ਜੇ ਕੋਈ ਹੱਕ ਸ਼ੱਕ ਦੀ ਗੱਲ ਕਰ ਸਕਦਾ ਸੀ। ਬਟ ਕਦੇ ਜਿਵੇਂ ਕਹਿ ਦੋ ਨਾ, ਆਪਣੇ ਪਰਿਵਾਰਾਂ 'ਚ ਵੀ ਜ਼ਿਆਦਾ ਬੋਲਣਾ ਨਹੀਂ, ਜ਼ਿਆਦਾ ਕਰਨਾ ਨਹੀਂ, ਜ਼ਿਆਦਾ ਅੱਗੇ ਨਹੀਂ ਜਾਣਾ। ਥੋੜ੍ਹੇ ਮਤਲਬ ਗੱਡੀ ਆਉਂਦੀ ਸੀ, ਹੌਸਟਲ ਛੱਡ ਜਾਂਦੀ ਸੀ, ਉਹੀ ਗੱਡੀ ਲੈ ਜਾਂਦੀ ਸੀ, ਐਂ ਜ਼ਿਆਦਾ ਘੁੰਮਦੇ ਫਿਰਦੇ ਨਹੀਂ ਸੀ ਅਸੀਂ। ਮੈਨੂੰ ਪਤਾ ਤੁਹਾਡੀ ਵੀ ਬੇਟੀ ਹੈ, ਬੇਟਾ ਵੀ ਹੈ, ਕਿ ਕਿਸ ਤਰ੍ਹਾਂ ਉਹਨਾਂ ਦੀ ਪਰਵਰਿਸ਼ ਕਰ ਰਹੇ ਹੋ? ਜਿੱਦਾਂ ਤੁਸੀਂ ਦੱਸਿਆ ਕਿ ਸਾਡੇ ਪਰਿਵਾਰਾਂ ਦੇ ਵਿੱਚ ਉਹ ਹੁੰਦਾ ਸੀ ਕਿ ਅਸੀਂ ਸਾਰੇ ਉਹੀ ਇੰਡੀਅਨ ਫੈਮਿਲੀਜ਼ 'ਚ ਆਉਂਦੇ ਹਾਂ, ਉਹੀ ਪੰਜਾਬੀ ਫੈਮਿਲੀ ਤੋਂ, ਕਿ ਜਿੱਥੇ ਥੋੜ੍ਹੀਆਂ ਜਿਹੀਆਂ ਕਿਤੇ ਨਾ ਕਿਤੇ ਉਹ ਰਿਸਟ੍ਰਿਕਸ਼ਨਸ ਮੈਨੂੰ ਲੱਗਦਾ ਕੁੜੀਆਂ 'ਤੇ ਜ਼ਿਆਦਾ ਨੇ। ਪਰ ਤੁਸੀਂ ਆਪਣੇ ਬੱਚਿਆਂ ਦੀ ਕਿਸ ਤਰ੍ਹਾਂ ਪਰਵਰਿਸ਼ ਕਰ ਰਹੇ ਹੋ? ਦੇਖੋ ਜੀ, ਫਰੋਮ KG, ਸਿੰਸ KG ਜਦ ਇਹ ਆਪਣੇ ਆਉਂਦੇ ਸੀ ਸਕੂਲ ਤੋਂ, ਮੈਂ ਇਹਨਾਂ ਨੂੰ ਕਹਿਣਾ ਆਪਣਾ ਟਿਫਨ, ਆਪਣੀ ਵਾਟਰ ਬੋਟਲ ਆਪਣੇ ਆਪ ਰੱਖੋ, ਆਪਣਾ ਬੈਗ ਆਪਣੇ ਆਪ ਰੱਖੋ। ਕੋਈ ਮੇਡ ਤੁਹਾਨੂੰ ਨਹੀਂ ਅਸਿਸਟ ਕਰੇਗੀ, ਮੈਂ ਵੀ ਨਹੀਂ ਕਰੂੰਗੀ। ਜਿਹੜਾ ਹੋਮਵਰਕ ਆਇਆ ਹੈ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਨਾਲ ਕਰਨਾ ਹੈ। 0 ਵੀ ਤੁਹਾਡਾ, 100 ਵੀ ਤੁਹਾਡਾ। ਮਾਰੂਤੀ ਤੇ ਚੜ੍ਹਨਾ, BM ਤੇ ਚੜ੍ਹਨਾ, ਇਹ ਤੁਹਾਡੀ ਡਿਸੀਜਨ ਹੈ। ਵਨਸ ਜੇ ਬੱਚੇ ਨੂੰ ਇਹ ਪਤਾ ਹੈ ਨਾ ਕਿ ਮੇਰੀ ਰਿਸਪੌਂਸਿਬਿਲਿਟੀ ਜੇ ਬਚਪਨ ਤੋਂ ਹੀ ਆ ਜਾਂਦੀ ਹੈ, ਚਾਹੇ ਛੋਟੀਆਂ ਛੋਟੀਆਂ ਚੀਜ਼ਾਂ ਲਈ ਹੈ, ਉਹ ਇਨਸਾਨ ਫਿਰ ਤੁਸੀਂ ਦੇਖੋ, ਹੁਣ ਜਿਵੇਂ ਆਪਾਂ ਕਹਿੰਦੇ ਨੇ ਆਪਣੇ ਕਲਚਰ ਵਿੱਚ, ਜਿਵੇਂ ਕਹਿੰਦੇ ਗੋਰੇ ਜੀ ਬੜੇ ਸਕਸੈਸਫੁਲ ਹੋ ਜਾਂਦੇ ਨੇ, ਆਪਣੇ ਬੱਚੇ ਮਾਪਿਓ ਵਾਲੀ ਦੇਖਦੇ ਰਹਿੰਦੇ ਆ, ਪਰ ਉਹ ਮਾਪਿਓ ਰਿਸਪੌਂਸਿਬਿਲਿਟੀ ਉਹ ਬੱਚਿਆਂ ਨੂੰ ਕਦ ਦਿੰਦੇ ਆ? ਹੁਣ ਜਿਵੇਂ ਆਪਣੇ ਬਜ਼ੁਰਗ ਲੀਡਰਸ ਨੇ ਸਾਰੇ, ਹੈ ਨਾ, ਮੈਨੂੰ ਹੁੰਦਾ ਕਿ ਬਜ਼ੁਰਗ ਲੀਡਰ ਬਣ ਗਏ ਤੁਸੀਂ ਅੱਗੇ ਯੂਥ ਨੂੰ ਲਿਆਓ, ਕਿਉਂਕਿ ਤੁਸੀਂ ਤਾਂ ਚਲੇ ਜਾਣਾ ਪੱਕਾ, ਤਾਂ ਸਦਾ ਤਾਂ ਕੋਈ ਰਿਹਾ ਨਹੀਂ ਇਸ ਦੁਨੀਆ ਤੇ। ਜਦ ਤੁਸੀਂ ਗਏ, ਅੱਛਾ ਜੀ, ਜੇ ਪੋਲੀਟੀਕਲ ਪਾਰਟੀਜ਼, ਵੈਸੇ ਆਈ ਡੋਂਟ ਬਿਲੀਵ ਇਨ ਪੋਲੀਟੀਕਲ ਪਾਰਟੀਜ਼, ਮੈਨੂੰ ਹੁੰਦਾ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋਣ ਤੇ ਉਹੀ ਰਿਪਰੈਜ਼ੈਂਟ ਕਰਨ ਕੰਟਰੀ ਨੂੰ, ਬਿਕੋਜ਼ ਪੋਲੀਟੀਕਲ ਪਾਰਟੀਜ਼ ਵਿੱਚ ਆ ਕੇ ਫਿਰ ਬੰਦਾ ਥੋੜਾ ਨਾ ਉਹ ਅੰਧ ਭਗਤੀ, ਯੈਸ, ਫਿਰ ਥੋੜੀ ਅੰਧ ਭਗਤੀ ਵੀ ਸ਼ੁਰੂ ਹੋ ਜਾਂਦੀ ਹੈ ਨਾ। ਹੁਣ ਆਪਾਂ ਕਹਿ ਦਈਦਾ ਮੋਦੀ ਦੇ ਇੰਨੇ ਅੰਧ ਭਗਤ ਜੀ, ਟ੍ਰੋਲਿੰਗ ਕਰਦੇ ਆ, ਬਟ ਵਾਟ ਅਬਾਊਟ ਆਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਜ਼? You try saying something against any leader, so many comments they start putting, ਉਹ ਅੰਧ ਭਗਤੀ ਹੋਈ ਨਾ। ਹੁਣ ਜਿਵੇਂ all the political parties, ਮੈਨੂੰ ਆਈ ਨਹੀਂ ਕਿ BJP ਸਾਰੀ ਹੋਈ ਗੰਦੀ ਹੈ, ਕਾਂਗਰਸ ਸਾਰੀ ਗੰਦੀ ਹੈ, ਅਕਾਲੀ ਦਲ ਸਾਰਾ ਗੰਦਾ, ਵਿੱਚ ਬੜੇ ਅੱਛੇ ਲੀਡਰਸ ਨੇ ਜਿਨ੍ਹਾਂ ਦੀ ਕੀ ਕਹਿੰਦੇ ਨੇ, ਜਿਨ੍ਹਾਂ ਦੀ ਸੋਚ ਦੀ ਮੌਤ ਹੀ ਹੋ ਜਾਂਦੀ ਹੈ, ਬਿਕੋਜ਼ ਸਾਰੇ ਕਹਿੰਦੇ ਐਦਾਂ ਨਹੀਂ ਹੋਣਾ, ਐਦਾਂ ਨਹੀਂ ਚੱਲਣਾ। ਹੁਣ ਮੈਨੂੰ ਵੀ ਕਈ ਕਹਿੰਦੇ ਕਿ ਕਿਸਾਨੀ ਅੰਦੋਲਨ ਨਾ ਵੀ ਤੂੰ ਕੀ ਸੋਚਦੀ ਹੈ ਕਿ ਤੂੰ ਮਟਕਾ ਚੌਕ ਤੇ ਬੈਠੀ ਰਹਿਣੀ, ਯੂ ਵੇਸਟਿੰਗ ਯੂਰ ਟਾਈਮ। ਆਈ ਸੈਡ ਆਈ ਐਮ ਨੋਟ ਵੇਸਟਿੰਗ ਮਾਈ ਟਾਈਮ, ਆਈ ਐਮ ਟੋਟਲੀ ਨੋਟ ਵੇਸਟਿੰਗ ਮਾਈ ਟਾਈਮ, ਆਈ ਐਮ ਲਰਨਿੰਗ ਸੋ ਮਚ। ਮੈਂ ਕਿਹਾ ਬਾਬਾ ਜੀ ਹੈਗੇ ਆਪਣੇ, ਹੀ ਇਜ਼, ਮੈਂ ਇਹਨਾਂ ਨਾਲ ਇੰਨੀ ਗੱਲ ਕੀਤੀ ਹੈ, ਇੰਨੇ ਇਹਨਾਂ ਨੂੰ ਨਾ ਪਾਰ, ਫੇਮ, ਮਨੀ ਤੋਂ ਇੰਨੀ ਦੂਰ ਨੇ, ਕਿਸੇ ਦੇ ਇਨਫਲੂਐਂਸ 'ਚ ਨਹੀਂ ਆਉਂਦੇ। ਮੇਰੇ ਕੋਲ ਆ ਕੇ ਪਿਆਰੀ ਜੀ ਕੋਈ ਗੱਲ ਕਰ ਦੇਣਗੇ, ਬੇਟਾ ਇੱਥੇ ਨਾ ਇਸ ਗੱਲ 'ਚ ਥੋੜੀ ਬਹਿਸ ਹੋ ਰਹੀ ਸੀ, ਤੂੰ ਬੇਟਾ ਜਾ ਕੇ ਉਹਨਾਂ ਨੂੰ ਕਹਿ ਦੇਣਾ, ਵਿੱਚ ਸੁਲਝਾ ਦੀ, ਹੈ ਨਾ। ਐਂਡ ਐਵਰੀਵਨ ਸੇਜ਼ ਕਿ ਉਹ ਨੰਗੀ ਕਿਰਪਾਨਾਂ ਲੈ ਕੇ ਕਿਉਂ ਬਹਿੰਦੇ? ਮੈਂ ਕਿਹਾ ਉਹ ਨੰਗੀਆਂ ਕਿਰਪਾਨਾਂ ਲੈ ਕੇ ਬੈਠਣ ਦਾ ਵੀ ਇੱਕ ਰੀਜ਼ਨ ਹੈ, that you have to stand up for your rights, ਹੈ ਨਾ। ਜੇ ਆਪਾਂ ਨੂੰ ਉਹਨਾਂ ਦਾ, ਮੈਂ ਕਿਹਾ ਬਿਲਕੁਲ ਵੀ the mindset he has, ਬਾਬਾ ਜੀ ਦਾ ਜਿਹੜਾ ਆਪਣੇ ਬਾਬਾ ਲਾਭ ਸਿੰਘ ਜੀ ਦਾ mindset ਹੈ, it is only towards peace and prosperity,
ਐਂਡ ਹੀ ਇਜ਼, ਤੁਸੀਂ ਸੋਚੋ ਕਿ ਹੁਣ ਕੋਈ ਲੀਡਰ ਆਇਆ, ਮੈਂ ਕਦੇ ਨਹੀਂ ਦੇਖਿਆ ਇਹਨਾਂ ਨੂੰ ਕਿਸੇ ਪੋਲੀਟੀਕਲ ਲੀਡਰ ਜਾਂ ਕੋਈ ਕਿਸਾਨ ਲੀਡਰ ਦੇ ਅੱਗੇ ਹੱਥ ਜੋੜੀ ਖੜੇ ਨੇ। ਪੀਪਲ ਕਮ ਐਂਡ ਮੀਟ ਹਿਮ। ਵਾਈ? ਬਿਕੋਜ਼ ਦੇਖੋ ਜਿਹੜੇ ਆਪਣੇ ਪੋਲੀਟੀਸ਼ੀਅਨਸ ਨੇ ਆਪਾਂ ਚੁਣਦੇ ਆ, ਮੈਨੂੰ ਤਾਂ ਸਮਝ ਹੀ ਨਹੀਂ ਆਈ, ਜਾਂ ਕੋਈ ਡੇਰੇ ਦੇ ਬਾਬਾ ਜਾਂ ਕੋਈ ਵੀ ਹੈ, ਆਪਾਂ ਹੀ ਬਿਠਾਉਂਦੇ ਆ ਨਾ ਉਹਨਾਂ ਨੂੰ, ਫਿਰ ਖੜੇ ਹੋ ਜਾਂਦੇ ਹੱਥ ਜੋੜ ਜੋੜ ਕੇ ਐਂ ਖੜ ਜਾਂਦੇ ਆ ਵੀ ਪਤਾ ਨਹੀਂ ਕੀ ਆ ਗਿਆ, ਹੈ ਨਾ। ਦੇ ਆਰ ਲੀਡਰਸ, ਸੋ ਹੀ ਹੈਜ਼, ਮੈਨੂੰ ਉਹ ਕੁਆਲਿਟੀਜ਼ ਇਹਨਾਂ 'ਚ ਬੜੀਆਂ ਦਿਖਦੀਆਂ, ਮੈਨੂੰ ਚੰਗਾ ਲੱਗਦਾ ਉਰੇ ਆਉਣਾ। ਮੈਂ ਤੁਹਾਡੀ ਗੱਲ ਕਰਾਂ, ਤੁਹਾਡੇ ਸਾਡੇ ਦੇਸ਼ ਦੇ ਅੰਦਰ ਕਿਹੜਾ ਇੱਕ, ਜੇ ਕੋਈ ਮੈਂ ਕਹਾਂ ਕਿ ਇਹ ਲੀਡਰ ਚੁਣਨਾ ਹੋਵੇ, ਤੁਹਾਡਾ ਮਨਪਸੰਦੀਦਾ ਲੀਡਰ ਉਹ ਕਿਹੜਾ ਹੋਊਗਾ? ਕਿਹਨੂੰ ਤੁਸੀਂ ਕਹੋਗੇ ਕਿ ਹਾਂ ਇਹ ਲੀਡਰ ਚੰਗਾ, ਚਾਹੇ ਪੋਲੀਟੀਸ਼ੀਅਨ ਜਾਂ ਫਿਰ ਲੀਡਰ ਦੀ ਗੱਲ ਕਰ ਰਿਹਾ ਮੈਂ, ਪੋਲੀਟੀਸ਼ੀਅਨ ਨਹੀਂ। ਲੀਡਰ ਆਪਣੇ ਹੁਣ ਸਿਨੈਰੀਓ 'ਚ, ਸਿਨੈਰੀਓ 'ਚ ਸਾਡੇ ਪੂਰੇ ਦੇਸ਼ ਦੀ, ਚਾਹੇ ਉਹ ਸੈਂਟਰ ਦੇ ਵਿੱਚ ਗੱਲ ਕਰ ਲਈਏ, ਚਾਹੇ ਕਿਸੇ ਹੋਰ ਸੂਬੇ ਦੀ ਜਾਂ ਪੰਜਾਬ ਸੂਬੇ ਦੀ। ਪੰਜਾਬ ਸੂਬੇ ਦੇ ਵਿੱਚ ਨੈਸ਼ਨਲ ਵੀ ਦੱਸ ਸਕਦੇ ਹੋ। ਇੰਟਰਨੈਸ਼ਨਲ ਤਾਂ ਆਈਵ ਆਲਵੇਜ਼ ਲਾਈਕਡ ਓਬਾਮਾ। ਟਰੰਪ ਵੀ ਮੈਨੂੰ ਕੋਈ ਐਡਾ ਮਾੜਾ ਨਹੀਂ ਸੀ ਲੱਗਦਾ, ਬਿਕੋਜ਼ ਦ ਓਨਲੀ ਥਿੰਗ ਆਈ ਲਾਈਕਡ ਅਬਾਊਟ ਹਿਮ ਇਜ਼ ਕਿ ਉਹ ਨਾ ਇਨਸਟੈਂਟ ਹੋ ਕੇ ਡਿਸੀਜਨ ਲੈ ਲੈਂਦਾ ਸੀ। ਉਹ ਸਿਸਟਮ 'ਚ ਨਹੀਂ ਸੀ ਪੈਂਦਾ ਕਿ ਇਹ ਬੁਰਾ ਹੈ, ਇਹ ਅੱਛਾ ਹੈ, ਤੁਮ ਹੋਲਡ ਬੈਕ ਕਰੋ, ਇਹ ਨਹੀਂ ਕਰੋ। ਹੁਣ ਆਪਣੇ ਪੰਜਾਬ ਵਿੱਚ ਆਈ ਹੈਵ ਆਲਵੇਜ਼ ਲਾਈਕਡ ਨਵਜੋਤ ਸਿੰਘ ਸਿੱਧੂ, ਆਈ ਹੈਵ ਆਲਵੇਜ਼ ਲਾਈਕਡ ਸੁਖਪਾਲ ਖਹਿਰਾ, ਆਈ ਹੈਵ ਆਲਵੇਜ਼, ਤੁਸੀਂ ਉਹ ਦੋਨੇ ਉਹ ਫਿਲਹਾਲ ਦਾ ਪਹਿਲਾਂ ਮੈਂ ਅੱਗੇ ਤੁਹਾਨੂੰ ਦੱਸ ਰਹੀ ਹਾਂ ਚੱਕ ਕੇ, ਮੈਂ ਦੱਸ, ਹੁਣ ਮੈਨੂੰ ਬੀਬੀ ਹਰਸਿਮਰਤ ਬਾਦਲ ਬਹੁਤ ਚੰਗੀ ਲੱਗਦੀ ਹੈ, ਬਹੁਤ ਚੰਗੀ ਲੱਗਦੀ ਹੈ ਮੈਨੂੰ। ਮੈਨੂੰ ਇੰਨਾ ਟਰੋਲ ਕਰਦੇ ਨੇ ਨਾ ਅਕਾਲੀ ਦੇ ਬੱਚੇ, ਅਕਾਲੀਆਂ ਦੇ ਫੋਲੋਅਰਸ, ਮੈਂ ਕਹਿੰਦੀ ਤੁਸੀਂ ਬੀਬੀ ਬਾਦਲ ਨੂੰ ਬੁਲਾਓ ਐਂਡ ਦੈਨ ਯੂ ਸੀ ਮੀ, ਪ੍ਰੋਬੇਬਲੀ ਆਈ ਵੁੱਡ ਇੰਜੋਏ ਅਕਾਲੀਜ਼, ਰਾਈਟ। ਹੁਣ ਇਹਦੇ ਵਿੱਚ ਆਈ ਸਾਰੇ ਉਹ ਤਿੰਨੇ ਉਹ ਨਾਮ ਲਏ ਤੇ ਜਿਹੜੇ ਚਰਚਾ ਦੇ ਵਿੱਚ ਰਹਿੰਦੇ ਨੇ, ਆਪਣੀ ਕਿਸੇ ਬੀਬੀ ਬਾਦਲ ਨੂੰ ਛੱਡ ਕੇ, ਜਿਹੜੇ ਨਵਜੋਤ ਸਿੰਘ ਸਿੱਧੂ ਕਹਿ ਲਓ ਉਹ ਵੀ ਹਾਲ ਹੀ ਦੇ ਵਿੱਚ ਚਰਚਾ ਦੇ ਵਿੱਚ ਰਹੇ ਨੇ, ਜਾਂ ਫਿਰ ਖਹਿਰਾ ਵੀ ਚਰਚਾ ਦਾ ਵਿਸ਼ਾ ਬਣਦੇ ਰਹੇ ਨੇ। ਇੱਕ ਪ੍ਰੋਬਲਮ ਹੋਰ, ਮੈਨੂੰ ਸਾਰੇ ਕਹਿੰਦੇ ਕਿ ਸੀ ਇਹ ਪਾਰਟੀਆਂ ਛੱਡਦੇ ਨੇ, ਇਹ ਪਾਰਟੀਆਂ ਛੱਡਦੇ ਨੇ, ਕਦੇ ਬੀਜੇਪੀ 'ਚ ਜਾਂਦੇ ਨੇ, ਕਦੇ ਕਾਂਗਰਸ 'ਚ ਜਾਂਦੇ ਨੇ, ਥਾਲੀ ਦੇ ਬੈਂਗਣ ਨੇ, ਫਲਾਨਾ ਨੇ, ਧਮਕਾਨਾ ਨੇ। ਮੈਂ ਕਹਿੰਦੀ ਹਾਂ ਕਿ ਇਹ ਥਾਲੀ ਦਾ ਬੈਂਗਣ ਨਹੀਂ ਨੇ, ਉਹ ਦੇ ਗੋ ਟੂ ਅ ਪੋਲੀਟੀਕਲ ਪਾਰਟੀ। ਹੁਣ ਜੇ ਮੈਂ ਵੀ ਹੋਵਾਂ, I'll go to a political party, ਮੈਨੂੰ ਅੰਦਰ ਲੱਗੂਗਾ, ਅੰਦਰਲੇ ਖਾਤੇ ਕਿ ਇਹ ਬਹੁਤ ਹੇਰ ਫੇਰ ਕਰ ਰਹੇ ਨੇ ਬਿਕੋਜ਼ ਆਫ ਦ ਸਿਸਟਮ ਤੇ ਪਾਰਟੀ ਦੀ ਹਾਇਰਾਰਕੀ ਨੂੰ ਬਚਾਉਣ ਲਈ ਇਹ ਨਾ ਇਨਸਾਫੀਆਂ ਕਰ ਰਹੇ ਨੇ, ਮੈਂ ਪਾਰਟੀ ਛੱਡ ਦੂੰਗੀ, ਮੈਂ ਦੂਸਰੀ ਪਾਰਟੀ ਚਲੇ ਜਾਊਂਗੀ। ਦੈਟ ਇਜ਼ ਵਾਈ ਆਈ ਐਮ ਟੋਟਲੀ ਅ ਨਾਨ ਪੋਲੀਟੀਕਲ ਪਰਸਨ। ਲੀਡਰ ਦੀ ਪਰਿਭਾਸ਼ਾ ਕੀ ਮੰਨਦੇ ਹੋ ਕਿ ਇੱਕ ਚੰਗੇ ਲੀਡਰ 'ਚ? ਪਹਿਲੇ ਤਾਂ ਮੈਂ ਇਹ ਪਰਿਭਾਸ਼ਾ ਜਾਣਨੀ ਚਾਹੂੰਗਾ ਕਿ ਇੱਕ ਚੰਗਾ ਲੀਡਰ ਤੁਹਾਡੇ ਹਿਸਾਬ ਦੇ ਨਾਲ ਕੌਣ ਹੈ? ਮੇਰੇ ਹਿਸਾਬ ਦੇ ਨਾਲ ਚੰਗਾ ਲੀਡਰ ਐਜ਼ ਇਨ ਪੋਲੀਟੀਕਲ ਵਰਲਡ 'ਚੋਂ ਕਿ ਵੈਸੇ ਲੀਡਰ ਦੀ ਡੈਫੀਨੇਸ਼ਨ, ਜੇ ਮੈਂ ਲੀਡਰ ਦੀ ਪਰਿਭਾਸ਼ਾ ਦੀ ਗੱਲ ਕਰਾਂ ਤਾਂ ਲੀਡਰ ਨੂੰ ਕੀ ਸਮਝਦੇ ਹੋ ਕਿ ਲੀਡਰ ਦੇ ਵਿੱਚ, ਇੱਕ ਲੀਡਰ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ? ਲੀਡਰ ਉਹ ਜਿਹੜਾ ਆਪਣੀ ਜਨਤਾ ਤੇ ਵਿਪਤਾ ਪੈਣ ਤੋਂ ਪਹਿਲਾਂ ਉਹ ਆਪ ਖੜਾ ਹੋਵੇ। ਲੀਡਰ ਉਹ ਜਿਹੜਾ ਆਪਣੀ ਜਨਤਾ ਦੀ ਸੋਚ ਨੂੰ ਵੀ ਆਪਣੇ ਥਾਟ ਪ੍ਰੋਸੈਸ ਵਿੱਚ ਰੱਖ ਕੇ ਅੱਗੇ ਵਧੇ। ਲੀਡਰ ਉਹ ਜੇ ਗਲਤੀ ਹੋ ਵੀ ਜਾਵੇ ਤੇ ਉਹਨੂੰ ਬੇਬਾਕੀ ਨਾ ਮੰਨ ਲਵੇ ਕਿ ਹਾਂ ਮੈਂ ਗਲਤ ਹੈ। ਲੀਡਰ ਉਹ ਜਿਹੜਾ ਵਿਦਆਊਟ ਸਿਕਿਉਰਿਟੀ ਸਭ ਦੇ ਅੱਗੇ ਖੜਾ ਹੋਵੇ ਕਿ ਹਾਂ ਮੈਂ ਖੜਾ ਆ, ਦੇ ਆਰ ਮਾਈ ਪੀਪਲ। ਲੀਡਰ ਉਹ ਜਿਹੜਾ ਹੁਣ ਜਿਵੇਂ ਆਪਣੇ ਕਿਸਾਨ ਅੰਦੋਲਨ ਹੈ, ਆਪਣਾ ਟੀਚਰਸ ਆ ਜਾਂਦੇ ਹੈ ਨਾ, ਲੋਟ ਆਫ, ਹੁਣ ਕੱਲ ਵੀ ਆਪਣੇ ਸੀਗੇ ਬੱਚੇ ਖੜੇ ਸੀ ਇੱਥੇ। ਮਤਲਬ ਲੀਡਰ ਮੈਂ ਉਹਨੂੰ ਮੰਨੂਗੀ ਜਿਹੜਾ ਜਾਊਗਾ, ਜਾ ਕੇ ਕਹੂਗਾ ਤੁਹਾਡਾ ਮੰਗ ਪੱਤਰ ਹੈ, ਅਸੀਂ ਇਸ ਬਾਰੇ ਸੋਚਾਂਗੇ, ਲੈ ਕੇ ਆਪਣੇ ਹੱਥਾਂ ਨਾਲ ਆਊਗਾ। ਮੇਰੇ ਲਈ ਉਹ ਲੀਡਰ, ਉਹਦੀ ਕੋਈ ਸਿਕਿਉਰਿਟੀ ਉਹਦੇ ਨਾਲ ਉਹਦਾ ਪੋਰਟਫੋਲੀਓ ਵਧਾਉਣ ਦਾ ਕੰਮ ਨਾ ਕਰਦੀ ਹੋਵੇ, ਮੇਰੇ ਲਈ ਲੀਡਰ ਉਹ ਹੈ। ਮਾਨੇ ਜੇ ਤੁਹਾਨੂੰ ਕਦੇ ਬਲ ਬਖਸ਼ਿਆ ਤਾਂ ਮੈਂ ਇਹ ਸਾਰੇ ਪੁਆਇੰਟਸ ਯਾਦ ਰੱਖੂੰਗਾ। ਤੁਸੀਂ, ਮੈਂ ਕਹਿੰਦੀ ਹਾਂ ਇੰਨਾ ਬਲ ਤਾਂ ਮੈਂ ਤਾਂ ਜਨਤਾ ਦੇ ਨਾਲ ਹੀ ਰਹੂੰਗੀ। ਮੈਨੂੰ ਆਏ ਹੁਣ ਇਸ ਧਰਨੇ 'ਚ ਆ ਗਏ, ਸਿੰਘੂ ਬਾਰਡਰ ਜਾਂਦੇ ਸੀ, ਮੈਨੂੰ ਉਹ ਠੀਕ ਲੱਗਦਾ ਹੈ। I can never be into this political world and enjoy the security and everything। ਜਦ ਮੈਨੂੰ ਲੱਗੇ ਹਾਂ if this country ਆਪਣਾ ਸਿਸਟਮ ਬਹੁਤ ਅੱਛਾ ਹੋ ਜਾਏ, ਫਿਰ ਮੈਂ ਜ਼ਰੂਰ I would want to be that। ਪਰ ਇਹ ਵੀ ਕਿੱਦਾਂ ਕੀਤਾ ਜਾਊਗਾ ਕਿ ਆਪਣਾ ਯੂਥ ਹੈਗਾ, ਕਿੱਦਾਂ ਕੀਤਾ ਜਾਊਗਾ, ਦੇਖੋ ਕਰ ਰਹੇ ਨੇ। ਪੋਲੀਟਿਕਸ ਵਿੱਚ ਉਤਰੇ ਜੇ ਚੰਗੇ ਲੋਕ ਨਹੀਂ ਪੋਲੀਟਿਕਸ ਤੋਂ ਪਾਸਾ ਵੱਟਦੇ ਰਹਿਣਗੇ ਇਹ ਸੋਚ ਕੇ ਕਿ ਉਹ ਗੰਦਲੀ ਹੋਈ ਹੈ, ਤਾਂ ਜਦੋਂ ਸਾਫ਼ ਹੋਊਗੀ ਉਦੋਂ ਅਸੀਂ ਇਹਦੇ ਵਿੱਚ ਮੈਦਾਨ ਦੇ ਵਿੱਚ ਆਵਾਂਗੇ। ਤਾਂ ਮੈਂ ਉਹ ਪੁੱਛ ਰਿਹਾ ਕਿ ਉਹ ਸੁਧਰੂਗਾ ਕਿੱਦਾਂ? ਨਹੀਂ, ਮੈਂ ਤਾਂ ਕਦੇ ਵੀ ਨਹੀਂ ਕਹਿੰਦੀ ਪੋਲੀਟਿਕਸ ਗੰਦਲੀ ਹੈ, ਗੰਦੀ ਕਦੇ ਵੀ, ਡਰਟੀ। ਸਾਰੇ ਕਹਿੰਦੇ ਕਿ ਚੰਗੇ ਲੋਕ ਕਿਉਂ ਨਹੀਂ ਜਾਂਦੇ ਪੋਲੀਟਿਕਸ ਵਿੱਚ, ਚੰਗੇ ਲੋਕ ਕਿਉਂ ਨਹੀਂ ਵੜਦੇ ਪੋਲੀਟਿਕਸ ਵਿੱਚ। ਮੈਂ ਆਪਣੀ ਬਿਕੋਜ਼ ਇੱਕ ਤਾਂ ਮੈਂ ਉਹ ਲੀਡਰ
ਐਜ਼ ਇਨ ਨਹੀਂ ਬਣ ਸਕਦੀ, ਕਿਉਂਕਿ ਮੈਨੂੰ ਆਪਣੇ ਸੁਭਾਅ ਦਾ ਵੀ ਪਤਾ ਹੈ ਨਾ, ਮੇਰੇ ਗੁੱਸਾ ਬਹੁਤ ਹੈ, ਮੇਰੇ 'ਚ ਪੇਸ਼ੈਂਸ ਲੈਵਲ ਹੈ ਬਹੁਤ ਹੱਦ ਤੱਕ ਹੈ, ਬਟ ਮੇਰੇ 'ਚ ਗੁੱਸਾ ਵੀ ਬਹੁਤ ਹੈ। ਤਾਂ ਮੈਂ ਆਪਣੇ ਆਪ ਨੂੰ ਉਹ ਲੀਡਰ ਬਣਨ ਦੇ ਕਾਬਿਲ ਹੀ ਨਹੀਂ ਸਮਝਦੀ। ਜਿਵੇਂ ਹੁਣ ਕਈ ਯੂਥ ਹੁੰਦੇ ਆ, ਹੁਣ ਫॉर दैट ਮੈਟਰ ਇੱਥੇ ਆਪਣੇ ਲੰਗਰ 'ਚ ਬੜੇ ਬੜੇ ਲੀਡਰ ਇਹੋ ਜਿਹੇ ਬਣੇ ਹੋਏ ਨੇ ਜਿਹੜੇ ਨੇ ਅੱਜ ਤੱਕ ਪੱਤਰਕਾਰਾਂ ਤੇ ਵੀ ਸਵਾਲ ਪੁੱਛਣ ਤੇ ਜਾਂ ਹੱਥ ਵੀ ਚੱਕ ਦਿੱਤੇ ਨੇ, ਉਹ ਵੀ ਲੀਡਰ ਬਣੇ ਹੋਏ ਨੇ। ਪੱਤਰਕਾਰ ਦੇਖੋ, ਪੱਤਰਕਾਰ ਤੇ ਤਾਂ ਕਦੇ ਨਾ ਤਾਂ ਹੱਥ ਚੱਕੇ, ਨਾ ਤਾਂ ਜਿੰਨੇ ਤਿੱਖੇ ਸਵਾਲ ਪੱਤਰਕਾਰ ਕਰੂਗਾ ਨਾ, ਮੇਰੇ ਲਈ ਓਨਾ ਚੰਗਾ ਹੈ, ਜਿੰਨੇ ਤਿੱਖੇ ਕਰੂਗਾ। ਕਿਉਂਕਿ ਜਨਤਾ ਨੂੰ ਉਹ ਜਾਗਰੂਕ, ਮੈਂ ਨਾ ਕੀਤੀ ਸੀ ਇਹ ਆਪਣੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਕਰਕੇ ਇੱਕ ਕੋਰਸ ਕੀਤਾ ਸੀ ਫॉर 1 ਈਅਰ। ਸ਼ਾਹਨਵਾਜ਼ ਸੀਗੇ ਉਹਨਾਂ ਦੇ ਕੋਆਰਡੀਨੇਟਰ, ਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ ਕਿ ਬਿਫੋਰ the public knows about you, you should be the first one to own up for your faults. ਇਦੋਂ ਪਹਿਲਾਂ ਜਨਤਾ ਨੂੰ ਪਤਾ ਲੱਗੇ, ਤੁਸੀਂ ਪਹਿਲਾਂ ਸਟੇਜ ਤੇ ਚੜ੍ਹ ਕੇ ਆਪਣੀ ਗਲਤੀ ਆਪ ਹੀ ਦੱਸ ਦਿਓ, ਚਾਹੇ ਉਹ ਕਿੱਡੀ ਵੀ ਵੱਡੀ ਗਲਤੀ ਹੈ, ਚਾਹੇ ਉਹ ਕੈਰੈਕਟਰ ਨੂੰ ਲੈ ਕੇ ਹੈ, ਚਾਹੇ ਉਹ ਤੁਹਾਡੀ ਕਿਸੇ ਮਜਬੂਰੀ 'ਚ ਕੀਤੀ ਹੋਈ ਹੇਰਾਫੇਰੀ ਨੂੰ ਲੈ ਕੇ ਹੈ। ਤੁਸੀਂ ਆਪਣੇ ਆਪ ਦੱਸ ਦਿਓ ਕਿ ਇੱਥੇ ਮੇਰਾ ਇਹ ਮੇਰੇ ਤੋਂ ਹੋ ਗਿਆ। ਕਿਉਂਕਿ ਫਿਰ ਕੀ ਹੁੰਦਾ ਹੈ ਕਿ ਜਦ ਤੁਹਾਡੀ ਸਾਰੀ ਕਿਤਾਬ ਖੁੱਲੀ ਹੈ ਨਾ, ਹੁਣ ਜਿਵੇਂ ਕਈ ਆਪਣੇ ਲੀਡਰਸ ਨੇ, ਮੈਨੂੰ ਹੁੰਦਾ ਇਹ ਬੋਲ ਕਿਉਂ ਨਹੀਂ ਰਹੇ, ਇਹਨਾਂ ਕੋਲ ਜ਼ੁਬਾਨ ਹੈ, ਇਹਨਾਂ ਕੋਲ ਮਾਈਂਡ ਵੀ ਹੈ, ਬੋਲ ਕਿਉਂ ਨਹੀਂ ਰਹੇ। ਫਿਰ ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੇ ਕੋਈ ਗਲਤੀ ਕੀਤੀ ਹੋ, ਇਹਨਾਂ ਦੀ ਪੂੰਛ ਸੈਂਟਰ ਦੀ ਸਰਕਾਰ ਦੇ ਥੱਲੇ ਦੱਬੀ ਹੋਈ ਹੈ ਨਾ, ਦੈਟ ਇਜ਼ ਵਾਈ ਦੇ ਆਰ ਨਾਟ ਸਪੀਕਿੰਗ। ਹੁਣ ਜੇ ਕੋਈ ਲੈਣਾ ਦੇਣਾ ਹੀ ਨਹੀਂ, ਜਿਵੇਂ ਹੁਣ ਇਹ ਬਾਬਾ ਜੀ ਨੇ, ਆਪਣੇ ਬਾਬਾ ਲਾਭ ਸਿੰਘ ਜੀ, ਇਹਨਾਂ ਨੇ ਕੋਈ ਲੈਣਾ ਦੇਣਾ ਹੀ ਨਹੀਂ, ਨਾ ਸਿਕਿਉਰਿਟੀ ਦਾ, ਨਾ ਪੈਸੇ ਦਾ, ਨਾ ਧੇਲੇ ਦਾ, ਜਦ ਕੁਝ ਗਲਤ ਕੀਤਾ ਹੀ ਨਹੀਂ। 25 ਸਾਲਾਂ ਤੋਂ ਹੀ ਇਜ਼ ਬੀਨ ਔਨ ਦ ਰੋਡਸ ਫਾਈਟਿੰਗ ਫॉर ਸਮਥਿੰਗ অর ਦੀ ਅਦਰ, ਹੈ ਨਾ। ਤੇ ਫਿਰ ਇਹਨਾਂ ਦਾ ਫਿਰ ਲੱਗਦਾ ਕਿ ਜੇ ਮੈਂ ਤੁਹਾਡੀ ਗੱਲ ਕਰਾਂ, ਤੁਹਾਡੇ ਤੋਂ ਕਦੇ ਪਬਲਿਕ ਡੋਮੇਨ ਦੇ ਵਿੱਚ ਜਦੋਂ ਤੁਸੀਂ ਪਬਲਿਕ ਦੇ ਵਿੱਚ ਆ ਕੇ ਸੋਸ਼ਲ ਵਰਕ ਕਰ ਰਹੇ ਹੋ ਜਾਂ ਐਕਟਿਵ ਹੋ, ਕਦੇ ਲੱਗਦਾ ਕਿ ਤੁਹਾਡੇ ਤੋਂ ਕਦੇ ਕੋਈ ਗਲਤੀ ਹੋਈ ਹੈ? ਪਤਾ ਨਹੀਂ, ਪਬਲਿਕ ਨੂੰ ਦੇਖ ਕੇ ਹੁੰਦੀ ਨਹੀਂ। ਕਰ ਸਕਦੇ ਹੋ? ਨਹੀਂ, ਪਬਲਿਕ ਨੂੰ ਦੇਖ ਕੇ ਹੁੰਦੀ ਨਹੀਂ ਹੈ, ਪਬਲਿਕ ਨੂੰ ਦੇਖ ਕੇ ਹੁੰਦੀ ਨਹੀਂ, ਕਿਉਂਕਿ ਉਹਨਾਂ ਵਿੱਚ ਹੀ ਰਹਿਣਾ। ਜੇ ਹੁਣ ਜਿਵੇਂ ਮੈਂ ਕਰਦੀ ਹਾਂ ਸਿਕਿਉਰਿਟੀ ਤੇ ਸਕੂਲਸ ਦੀ ਇੱਧਰ ਆਪਣੇ 26 ਸੈਕਟਰ 'ਚ ਸਿਕਿਉਰਿਟੀ ਐਂਡ ਦਿਸ ਥਿੰਗ ਆਪਣਾ ਟ੍ਰੈਫਿਕ, ਰਾਈਟ। ਜੇ ਮੈਨੂੰ ਉਹਦੇ ਵਿੱਚ ਗਲਤੀ ਨਹੀਂ ਲੱਗਦੀ, ਮੈਂ ਕੋਈ ਐਂ ਗਲਤੀ ਨਹੀਂ ਕੀਤੀ, ਰੂਡ ਮੈਂ ਡੈਫੀਨਿਟਲੀ ਕਦੇ ਨਾ ਕਦੇ ਜਦ ਹੋ ਜਾਣੀ ਹੈ, ਮੈਂ ਵਾਪਸ ਭੱਜ ਕੇ ਜਾਣੀ ਤੇ ਕਹਿੰਦੀ ਉਹ ਬੇਟਾ ਆਈ ਐਮ ਸੌਰੀ, ਆਈ ਸ਼ੁਡਨਟ ਹੈਵ ਡਨ ਦਿਸ, ਕਿ ਅੱਜ ਮੈਂ ਇਸ ਪੋਜੀਸ਼ਨ ਤੇ ਖੜੀ ਹਾਂ, ਮੈਨੂੰ ਰੂਡ ਨਹੀਂ ਸੀ ਹੋਣਾ ਚਾਹੀਦਾ। ਕਦੇ ਕਦੇ ਹੋ ਜਾਂਦਾ, ਗੁੱਸਾ ਚੜ ਜਾਂਦਾ। ਮੈਂ ਤੁਹਾਨੂੰ ਕਿਹਾ ਨਾ, ਮੈਨੂੰ ਗੁੱਸੇ ਦੀ ਐਦਾਂ ਐਡਾ ਵੱਡਾ ਤਾਂ ਮੈਂ ਕੋਈ ਗਬਨ ਕੀਤਾ ਨਹੀਂ ਕਿ ਮੈਂ ਕਿਸੇ ਦਾ ਪੈਸਾ ਲੈ ਲਿਆ ਹੋਵੇ, ਦੱਬ ਲਿਆ ਹੋਵੇ, ਜਾਂ ਕਿ ਇਹ ਵੀ ਨਹੀਂ ਕੀਤਾ, ਤੁਸੀਂ ਪੁੱਛ ਲਿਓ ਮੇਰੇ ਵਰਕ ਕਲਚਰ ਜਾ ਕੇ, ਕਿ ਮੈਂ ਆਪਣਾ ਮੂੰਹ ਬੰਦ ਕਰ ਲਿਆ ਹੋਵੇ ਤੇ ਨਾ ਇਨਸਾਫੀ ਹੋ ਰਹੀ ਹੋਵੇ। ਕਦੇ ਵੀ ਨਹੀਂ ਕੀਤਾ। ਇਹੋ ਜਿਹਾ ਕਿੱਸਾ ਕਿ ਜਿੱਥੇ ਆਪਣੀ ਜਾਨ ਜੋਖਿਮ 'ਚ ਜਾਂ ਕਹਿ ਲਓ ਆਪਣੇ ਆਪ ਨੂੰ ਮੁਸ਼ਕਿਲ 'ਚ ਪਾ ਕੇ ਕਦੇ ਕਿਸੇ ਨਿਰਦੋਸ਼ ਦਾ ਹੱਕ ਦਿਵਾਇਆ ਹੋਵੇ ਜਾਂ ਕਿਸੇ ਲਈ ਖੜੇ ਹੋ? ਆਲਵੇਜ਼। ਇਦਾਂ ਦਾ ਕਿੱਸਾ ਨੀਂਦ ਨਹੀਂ ਆਉਂਦੀ, ਤੁਸੀਂ ਮੁਸ਼ਕਿਲ 'ਚ ਫਸ ਗਏ ਹੋ? ਹੁਣ ਮੈਂ ਆਈ ਕੈਨ ਨਾਟ ਨੇਮ ਦ ਥਿੰਗ, ਫਿਰ ਕਾਫੀ ਨਾਮ ਵੀ ਉਹ ਨਾ, ਮੈਂ ਕੋਈ ਕਿਸੇ ਦੀ ਗੱਲ ਕਰ ਰਿਹਾ, ਕੋਈ ਇਨਸੀਡੈਂਟ ਜਦੋਂ ਤੁਹਾਨੂੰ ਐਵਰੀ ਡੇ ਮੇਰੇ ਤੇ ਕੋਈ ਨਾ ਕੋਈ ਪਰਚਾ ਨਿਕਲਿਆ ਹੁੰਦਾ। ਅੱਛਾ, ਯਾ ਐਵਰੀ ਡੇ, ਆਲਮੋਸਟ ਐਵਰੀ ਡੇ। ਹੁਣ ਜਿਵੇਂ ਹੁਣ ਦੇਖੋ ਪਰਚੇ, ਮਤਲਬ ਐਜ਼ ਇਨ ਕਿ ਕੋਈ ਨਾ ਕੋਈ ਮੇਰੀ, ਹਾਂ, ਯਾ ਹੁਣ ਜਿਵੇਂ ਮੈਂ ਮੋਹਾਲੀ ਜਾ ਰਹੀ ਸੀ, ਹੈ ਨਾ, I was going in my car, ਮੈਂ ਦੇਖਿਆ ਪਿੱਛੋਂ ਕੋਈ ਵੱਡੇ ਨੇਤਾ ਜੀ ਆ ਰਹੇ ਨੇ, ਨਾਲ ਉਹਨਾਂ ਦਾ ਸਕੁਆਡ, ਮਤਲਬ ਸਟੰਟ ਮਾਰ ਕੇ ਚਲੇ ਗਏ, ਤੇ ਇੱਕ ਯੰਗ ਬੱਚਾ ਬਾਈਕ ਤੇ ਸੀਗਾ, ਉਹ ਮਸਾਂ ਬਚਿਆ। ਮੈਂ ਆਪਣੀ ਗੱਡੀ ਪਿੱਛੇ ਭਜਾ ਲਈ, ਜਿਵੇਂ ਲਾਈਟ ਤੇ ਰੁਕੇ ਮੈਂ ਨੌਕ ਕੀਤਾ, ਮੈਂ ਕਿਹਾ ਐਕਸਕਿਊਜ਼ ਮੀ, ਮੈਂ ਕਿਹਾ ਸਰ ਡੂ ਯੂ ਰਿਅਲਾਈਜ਼ ਕਿ ਤੁਹਾਨੂੰ ਸਪੀਡਿੰਗ ਦੇ ਚਲਾਨ ਨਹੀਂ ਹੁੰਦੇ? ਕਿਹੜੀ ਨੇਤਾ ਸੀ ਉਹ? ਆਈ ਵੋਂਟ ਨੇਮ, ਠੀਕ ਹੈ। ਤੇ ਉਹ ਕਹਿੰਦੇ ਕਿ ਆਹ ਸਪੀਡਿੰਗ ਦੇ, ਉਹਨਾਂ ਨੇ ਵੈਰੀ ਰਿਸਪੈਕਟਫੁਲੀ ਹੀ ਸੈਡ ਮੈਮ ਇਹ ਨਾ ਸਕੁਆਡ ਹੈ। ਮੈਂ ਕਿਹਾ ਸਕੁਆਡ ਰੱਖਣ ਦੀ ਕੀ ਲੋੜ ਹੈ, ਆਰਾਮ ਨਾਲ ਚੱਲੋ ਜਿਹੋ ਜਿਹਾ ਟ੍ਰੈਫਿਕ ਹੈ, ਸੋ ਦੈਟ ਯੂ ਆਲਸੋ ਫੀਲ ਦ ਪੇਨ। ਤੋ ਉਸ ਤੋਂ ਬਾਅਦ ਫਿਰ ਉਹ ਵਿਚਾਰਿਆਂ ਨੇ ਕੁਛ ਕਿਹਾ ਨਹੀਂ, ਬਟ ਪ੍ਰੋਬਬਲੀ ਨੌਕ ਤਾਂ ਹੋਈ ਨਾ, ਇਟ ਵਾਜ਼ ਨੌਕਡ ਔਨ ਹਿਜ਼ ਹੈਡ। ਕਿ ਇੱਦਾਂ ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਹੈ, ਆਈ ਫੀਲ ਪ੍ਰੋਬਬਲੀ ਦ ਪੀਪਲ ਵਿਦ ਦ ਸਿਲਵਰ ਸਪੂਨ, ਜਿਹੜਾ, ਪਰ ਸਿਲਵਰ ਸਪੂਨ ਮੈਂ ਕੀ ਕਵਾਂ, ਮੋਦੀ ਜੀ ਕੋਲ ਕਿਹੜਾ ਸਿਲਵਰ ਸਪੂਨ ਸੀ, ਉਹ ਤਾਂ ਨਹੀਂ ਚਾਹ ਵੇਚੀ, ਪਤਾ ਨਹੀਂ ਕੀ ਵੇਚਿਆ, ਬਟ ਹੀ ਨੈਵਰ ਹੈਡ ਅ ਸਿਲਵਰ ਸਪੂਨ। ਬਟ ਫਿਰ ਵੀ ਉਹਨਾਂ ਨੇ ਨਹੀਂ ਸਮਝ ਰਹੇ ਜਨਤਾ ਨੂੰ, ਕਿੱਡੀ ਕੁ ਗੱਲ ਹੈ। ਤੁਸੀਂ ਕਿਸਾਨਾਂ ਆਪਣੇ ਜਥੇਬੰਦੀਆਂ ਨੂੰ ਬਿਠਾਓ, ਕਹੋ ਜੀ ਤੁਹਾਨੂੰ ਨਹੀਂ ਰੂਲ ਠੀਕ ਲੱਗ ਰਹੇ, ਅਸੀਂ ਵਾਪਸ ਲੈਂਦੇ ਹਾਂ, ਤੁਸੀਂ ਸਾਡੀ ਮੀਟਿੰਗਸ ਵਿੱਚ ਆਓ ਐਂਡ ਆਪਾਂ ਇਕੱਠੇ ਬਣਾ ਲੈਂਦੇ ਹਾਂ, ਵੀ ਸਾਨੂੰ ਐਂ ਲੱਗਦਾ ਸੀ ਕਿਸਾਨਾਂ ਦਾ ਫਾਇਦਾ ਕਰਾਂਗੇ ਰੂਲ 'ਚ। ਇਹ 'ਚ ਜ਼ਿੱਦਬਾਜ਼ੀ ਨਹੀਂ ਕਰਨੀ ਚਾਹੀਦੀ।
ਸੋ ਗੱਲਾਂ ਬਹੁਤ ਨੇ, ਤੁਹਾਡੇ ਕੋਲੇ ਵੀ ਗਿਆਨ ਦਾ ਭੰਡਾਰ ਹੈ, ਮੁੱਕਣੀਆਂ ਨਹੀਂ। ਮੈਂ ਜਾਂਦਾ ਜਾਂਦਾ ਮੈਂ ਚਾਹੂੰਗਾ ਕਿ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਬਾਜੀ ਮਾਰ ਸਕਦੀ ਹੈ, ਜਾਂ ਫਿਰ ਕਿਹਨੂੰ ਸੱਤਾ ਦੇ ਵਿੱਚ ਆਉਣਾ ਚਾਹੀਦਾ? ਕੀ ਸਮਝਦੇ ਹੋ? ਹਲੇ ਨਾ ਮੈਂ ਮਤਲਬ ਆ ਤਿੰਨ ਵੱਡੀਆਂ ਮਛਲੀਆਂ ਤਾਂ ਹੈ, ਕਾਂਗਰਸ, ਅਕਾਲੀ ਐਂਡ ਆਪ। ਆਈ ਐਮ ਛੱਡਤਾ ਬੀਜੇਪੀ ਤਾਂ ਜਿਵੇਂ ਪਤਾ ਲੱਗਦਾ ਇਹਨੇ ਆਉਣਾ ਹੀ ਨਹੀਂ। ਸੋ ਪੰਜਾਬ ਵਿੱਚ ਥੀਸ ਆਰ ਦ ਮੇਨ ਪਾਰਟੀਜ਼ ਨਾ, ਕਾਂਗਰਸ, ਆਪ ਐਂਡ ਅਕਾਲੀਜ਼। BJP will not come in Punjab. BJP ਦੇ ਪਤਾ ਨਹੀਂ, I don't know who is doing it. BJP ਖਰਾਬ ਕਰਤੀ ਇਹਨਾਂ ਨੇ। A lot of good workers are there, but BJP as an ਆਮ ਪਾਰਟੀ, ਜਿਵੇਂ ਹੁਣ ਅਟਲ ਬਿਹਾਰੀ ਜੀ ਸੀ, the kind of a man he was, yeah, he started BJP with a secular mind. ਇਹਨਾਂ ਨੇ ਥੋੜੀ ਉਹ ਕਰਤਾ ਹੈ ਨਾ, ਧਰਮ ਵਿੱਚ ਪਾਤਾ, which is not right. ਤੇ BJP ਤਾਂ ਹੁਣ the best of leaders should come out. ਤੁਸੀਂ ਆਪਣੀ ਗੱਲ ਪੂਰੀ ਕਰੋ। ਤੇ ਆਪਣੇ ਕੀ ਕਹਿੰਦੇ ਨੇ, ਤਿੰਨ ਪਾਰਟੀਆਂ। ਆਈ ਐਮ ਵੇਟਿੰਗ ਫॉर ਅਨਦਰ ਸਮ ਫਰੰਟ ਟੂ ਕਮ ਅਪ। ਕੋਈ ਫਰੰਟ ਆਵੇ then I will think ਕਿ ਕਿਹੜੀ ਜਿੱਤੂਗੀ। ਪਰ ਇਹ ਸਾਰਿਆਂ ਚੋਂ ਮੈਨੂੰ ਤਾਂ ਆਪ ਲੱਗ ਰਹੀ ਹੈ, ਇਹ ਸਾਰਿਆਂ ਚੋਂ ਅਕਾਲੀ ਤੇ ਕਾਂਗਰਸ ਵੀ ਨਹੀਂ ਆਣਗੀਆਂ ਇਸ ਵਾਰ। ਵੋਟ ਦਾ ਮੈਂ ਪੁੱਛ ਨਹੀਂ ਸਕਦਾ, ਪਰ ਸਮਰਥਨ ਕਿਹਨੂੰ ਰਹੂਗਾ? ਜੇ ਮੰਨ ਲਓ ਕੋਈ ਤੀਜੀ ਪਾਰਟੀ ਨਹੀਂ ਆਂਦੀ, ਚੌਥੀ ਪਾਰਟੀ ਨਹੀਂ ਆਂਦੀ, ਤਾਂ ਫਿਰ ਕਿਹਨੂੰ ਤੁਸੀਂ ਸਪੋਰਟ ਕਰਦੇ ਹੋ? ਕਿਹਦੀ ਤੁਹਾਨੂੰ ਲੱਗਦਾ ਹੈ ਕਿ ਉਹ ਬਿਹਤਰ ਕੰਮ ਕਰ ਸਕਦੀ ਹੈ, ਪੰਜਾਬ ਦਾ ਭਵਿੱਖ ਸਵਾਰ ਸਕਦੀ? ਜੇ ਅਕਾਲੀਆਂ 'ਚ ਬੀਬੀ ਬਾਦਲ ਹੈਡਸ, I can think about that. ਜੇ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ stays, then I can think about ਕਾਂਗਰਸ। ਤੇ ਆਪ ਵਿੱਚ if ਨਵਜੋਤ ਸਿੰਘ ਸਿੱਧੂ enters ਆਪ, then I am for ਆਪ। ਜੇ ਨਵਜੋਤ ਸਿੰਘ ਸਿੱਧੂ ਹੈ, I am there ਜੇ ਨਵਜੋਤ ਸਿੰਘ ਸਿੱਧੂ ਦੇ ਹੱਥ ਦੇ ਵਿੱਚ ਕਮਾਨ ਆਂਦੀ ਹੈ, ਕਿਤੇ ਵੀ ਹੋਵੇ ਉਹ, anywhere, yeah, I will support ਨਵਜੋਤ ਸਿੰਘ ਸਿੱਧੂ। ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹਨਾਂ ਦੇ ਨਾਲ ਗੱਲਬਾਤ ਪਹਿਲਾਂ ਆਫ ਕੈਮਰਾ ਬੜੀ ਵਾਰ ਹੋਈ ਹੈ, ਤਾਂ ਲੱਗਿਆ ਕਿ ਬੜੀਆਂ ਚੰਗੀਆਂ, ਬੜੀਆਂ ਸੂਝਵਾਨ ਜ਼ਿੰਦਗੀ ਦੇ ਤਜਰਬੇ ਵੀ ਨੇ, ਉਹ ਸਾਰੀਆਂ ਗੱਲਾਂ ਖੁੱਲ੍ਹ ਕੇ ਕਰੀਆਂ ਜਾਣ। ਸਮਾਂ ਇਜਾਜ਼ਤ ਨਹੀਂ ਦਿੰਦਾ ਸੀ, ਫੇਰ ਕਦੇ ਇਹਨਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ। ਇਹਨਾਂ ਦੇ ਜਿਹੜੇ ਹੋਰ ਗੱਲਾਂ ਨੇ ਉਹ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਪਹੁੰਚਾ ਸਕੀਏ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸ਼ਰਦ ਨੇ। ਮੈਂ ਸ਼ੈਸ਼ਵ ਨਾਗਰਾ, ਧੰਨਵਾਦ।